जब जिते उत्थे स्टाफ दे विच वाधा कीता गया ते उस BLS के दफ्तर नूं वड्डा कीता गया कि इसका उद्घाटन कर दिता गया। वॉक इन जिहड़ा जी सर्विस रिज्यूम हो जाएगी ते इहदे नाल ही कि लोग जिहड़ा पहलां डाक राहीं भेजदे सीगे एप्लीकेशन ਉਹ भी सर्विस ਜਿਹੜੀ ਆ अवेलेबल रहनी है ਤੇ अपॉइंटमेंट भी ऑनलाइन जिस तरह ਪਹਿਲਾਂ ਬਣਦੀ ਆ ਉਹ ਵੀ ਲਈ ਜਾ ਸਕਦੀ ਆ। ਪਰ ਆਮ ਤੌਰ ਤੇ ਜਿਹੜੀ ਆਮ ਆਪਣੀ ਕਮਿਊਨਿਟੀ ਅਸ਼ਮੀਲ ਜਿੱਥੇ ਉਹਨਾਂ ਨੂੰ ਕੰਪਿਊਟਰ ਦੇ ਕਈ ਵਾਰੀ ਉਨੀ ਨਹੀਂ ਬਰੀਕੀ ਦੇ ਨਾਲ ਨੌਲੇਜ ਹੁੰਦੀ, ਸੋ ਇਹ ਸਾਰੇ ਸਿਸਟਮ ਬਾਰੇ ਵੀ ਪਤਾ ਹੁੰਦਾ ਤੇ ਸਿੱਧਾ ਜਾ ਕੇ ਉੱਥੇ ਜਿਹੜੀ ਐਪਲੀਕੇਸ਼ਨ ਆ ਦਿੱਤੀ ਜਾ ਸਕੇ। ਇਸ ਤਰ੍ਹਾਂ ਦੀ ਫੈਸਿਲਿਟੀ ਆਪਾਂ ਆਸ ਕਰਦੇ ਹਾਂ ਕਿ ਨੈਕਸਟ ਵੀਕ ਇਹ ਸ਼ੁਰੂ ਹੋ ਜਾਏਗੀ। ਇਹਦੇ ਨਾਲ ਹੀ ਫਿਰ ਉੱਥੇ ਖਾਸ ਤੌਰ ਤੇ ਜਿਹੜਾ OCA ਦੇ ਬਾਰੇ ਚ ਇੰਡੀਆ ਦੇ ਵੀਜ਼ਾ ਬਾਰੇ ਜਾਂ ਪਾਸਪੋਰਟ ਦਾ ਕੋਈ ਇਸ਼ੂ ਹੈ ਤੇ ਬਾਕੀ ਸਾਰੀਆਂ ਜਿਹੜੀਆਂ ਸਰਵਿਸਿਜ਼ ਆ ਜੀ ਉਸ ਦਫ਼ਤਰ ਤੋਂ ਹੋਰ ਵੀ ਬੈਟਰ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਮਿਲਦੀਆਂ ਰਹਿਣ ਤੇ ਸਟਾਫ ਵੱਲੋਂ ਕਈ ਵਾਰੀ ਟ੍ਰੀਟਮੈਂਟ ਨਹੀਂ ਉਹਨਾਂ ਬਹੁਤਾ ਫਰੈਂਡਲੀ ਜਾਂ ਪ੍ਰੋਫੈਸ਼ਨਲ ਦਿੱਤਾ ਜਾਂਦਾ। ਇਹ ਸਾਰੇ ਇਸ਼ੂਜ਼ ਵੀ ਸਾਨੂੰ ਜਿਹੜਾ ਜੀ ਕਿ CBI ਦੇ ਨਾਲ ਉਭਾਰਨ ਦਾ ਮੌਕਾ ਮਿਲਿਆ ਸੀ। ਸੋ ਪੜਾਵਾਰ ਉੱਥੇ ਜਿਹੜੇ ਕੁਝ ਸੁਧਾਰ ਨੇ ਉਹ ਜਾਰੀ ਨੇ ਜੀ। ਸੋ ਕੈਨੇਡੀਅਨ ਜੇ ਹੁਣ ਆਪਾਂ ਵੀਜ਼ਾ ਤੇ ਇਮੀਗ੍ਰੇਸ਼ਨ ਵਾਲੇ ਪਾਸੇ ਨੂੰ ਪਰਤੀਏ ਤਾਂ ਤੁਹਾਨੂੰ ਪਤਾ ਜੀ ਕਿ ਕਾਫੀ ਸਰਗਰਮੀ ਭਾਵੇਂ ਕਿ ਯੂਕਰੇਨ ਨੂੰ ਲੈ ਕੇ ਹੈਗੀ ਹੈ। ਇਸ ਸਮੇਂ ਸਮੁੱਚਾ ਜਿਹੜਾ ਰਿਸੋਰਸਿਸ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਉਹ ਇਸ ਵੇਲੇ ਉੱਥੋਂ ਜਿਹੜਾ ਫਲੋ ਹੁਣ ਰੈਫਿਊਜੀਜ਼ ਦਾ ਸ਼ੁਰੂ ਹੋਇਆ ਵੀ ਉਹਨਾਂ ਦੀ ਸਾਂਭ ਸੰਭਾਲ ਤੇ ਉਹਨਾਂ ਦੀਆਂ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸ ਤੇ ਲੱਗਾ ਹੋਇਆ, ਜਿਸ ਕਰਕੇ ਲੱਗ ਰਿਹਾ ਜੀ ਕਿ ਹੁਣ ਇਹ ਇੱਕ ਨਵਾਂ ਸੋਰਸ ਖੁੱਲ੍ਹਣ ਤੋਂ ਬਾਅਦ ਜਿਹੜਾ ਕਿ ਆਪਣੇ ਇਸ ਮੁਲਕ ਦੇ ਵਿੱਚ ਟਾਰਗੇਟ ਮਿਥਿਆ ਜਾਂਦਾ ਹਰ ਸਾਲ ਹੀ ਤੇ ਉਸ ਦੇ ਵਿੱਚ ਜਿਹੜਾ ਇਹ ਪਿਛਲੇ ਸਾਲ ਖਾਸ ਤੌਰ ਤੇ ਕੁਝ ਸਪੈਸ਼ਲ ਪੈਥਵੇਜ਼ ਬਣਾ ਕੇ ਟੈਂਪਰੇਰੀ ਰੈਜ਼ੀਡੈਂਟਸ ਨੂੰ ਕਹਿ ਲਓ ਕਿ ਕੱਚੇ ਲੋਕਾਂ ਨੂੰ PR ਦੇਣ ਦਾ ਪੱਕੀਕਰਨ ਦੇ ਲਈ ਪ੍ਰਬੰਧ ਕੀਤੇ ਗਏ ਸੀਗੇ। ਮੇਗਾ ਡਰਾ ਕੱਢਿਆ ਸੀਗਾ, 27,000 ਤੋਂ ਜ਼ਿਆਦਾ ਐਕਸਪ੍ਰੈਸ ਐਂਟਰੀ ਦੇ ਵਿੱਚੋਂ ਲੋਕਾਂ ਨੂੰ ਮੌਕਾ ਮਿਲਿਆ ਸੀ। ਇਦਾਂ ਹੀ ਫਿਰ ਅੱਗੇ ਜਾ ਕੇ 90,000 ਜਿਹੜੇ ਵਰਕਰ ਸੀਗੇ, ਫਾਰਮਰ ਸਟੂਡੈਂਟ ਸੀਗੇ, ਉਹਨਾਂ ਨੂੰ PR ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਵੇਖੋ ਕਿ ਇਹ ਹੈ ਜੀ ਕਿ ਉਸ ਤਰ੍ਹਾਂ ਦਾ ਜਿਹੜਾ ਜੀ ਕਿ ਸਿਚੁਏਸ਼ਨ ਹੈ ਸ਼ਾਇਦ ਇਸ ਸਾਲ ਦੇ ਵਿੱਚ ਐਟਲੀਸਟ ਜਿਹੜੀ ਉਹ ਨਾ ਬਣੇ। ਇਸ ਕਰਕੇ ਲੱਗਦਾ ਵੀ ਹੁਣ ਥੋੜਾ ਜਿਹਾ ਇਹ ਯੂਕਰੇਨ ਵਾਲੇ ਪਾਸੇ ਨੂੰ ਸਿਚੁਏਸ਼ਨ ਜਿਹੜੀ ਹੈ ਜੀ ਡਾਇਵਰਟ ਹੋ ਗਈ ਹੋਣ ਕਰਕੇ ਤੇ ਸਕਿਲਡ ਵਰਕਰ ਕੈਟਾਗਰੀਜ਼ ਦੇ ਵਿੱਚ ਵੀ ਜਿਹੜਾ ਜੀ ਜਿਹੜੇ ਡਰਾਜ਼ ਆਪਾਂ ਐਕਸਪੈਕਟ ਕਰਦੇ ਸੀ ਬਹੁਤ ਜਲਦੀ ਨਿਕਲ ਗਏ। ਉਹ ਵੀ ਸ਼ਮੀਲ ਵੀ ਲੱਗਦਾ ਵੀ ਡਰਾਜ਼ ਜਿਹੜੇ ਹੋ ਸਕਦਾ ਥੋੜੇ ਪਛੜਨਗੇ ਕਿਉਂਕਿ ਜਿਹੜੀਆਂ ਐਪਲੀਕੇਸ਼ਨ ਦਾ ਆਲਰੇਡੀ ਬੈਕਲੌਗ ਆ ਲੱਗ ਰਿਹਾ ਵੀ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਉਸ ਨੂੰ ਪ੍ਰਾਇੋਰਟੀ ਤੇ ਪ੍ਰੋਸੈਸ ਕਰਨਾ ਤੇ ਲੱਗ ਰਿਹਾ ਜੀ ਕਿ ਇਸ ਵੇਲੇ ਡਾਇਰੈਕਸ਼ਨ ਇਹ ਆ ਵੀ ਜਾਣੀ ਅੱਗਾ ਦੌੜ ਕੇ ਪਿੱਛਾ ਚੌੜ ਵਾਲੀ ਗੱਲ ਨਹੀਂ ਹੈ ਵੀ ਜਿੰਨਾ ਜਿਹੜਾ ਐਪਲੀਕੇਸ਼ਨ ਦੇ ਢੇਰ ਲੱਗੇ ਪਏ ਆ ਉਸ ਤੇ ਪਹਿਲਾਂ ਜਿਹੜਾ ਜੀ ਕੰਮ ਫੋਕਸ ਹੋ ਕੇ ਕਰ ਲਿਆ ਜਾਵੇ। ਇਹਦੇ ਨਾਲ ਹੀ ਫਿਰ ਜਿਹੜੇ ਆਪਣੇ ਟੂਰਿਸਟ ਆਪਾਂ ਨੂੰ ਪਤਾ ਵੀ ਕੋਵਿਡ ਦੀ ਸਿਚੁਏਸ਼ਨ ਤੋਂ ਪਹਿਲਾਂ ਅੱਜ ਆਪਾਂ ਦੇਖ ਰਹੇ ਹਾਂ ਕਿ 2 ਸਾਲ ਪੂਰੇ ਹੋ ਗਏ ਆ ਇਸ ਨੂੰ ਮਹਾਮਾਰੀ ਦੇ ਰੂਪ ਦੇ ਵਿੱਚ ਸੰਸਾਰ ਇਹਦੇ ਨਾਲ ਜੂਝ ਰਿਹਾ ਹੈ। ਪਰ ਕੈਨੇਡਾ ਦੇ ਵਿੱਚ ਇਹ ਹੁੰਦਾ ਸੀਗਾ ਵੀ ਵਿਜ਼ਟਰ ਦੇ ਜਿਹੜੇ ਪਹਿਲਾਂ ਆਉਂਦੇ ਸੀਗੇ ਕਿ ਉਹਨਾਂ ਦੇ ਲਈ ਕੋਈ ਵਰਕ ਪਰਮਿਟ ਦੇਣ ਦੀ ਵਿਵਸਥਾ ਉਨੀ ਸਰਲ ਤਰੀਕੇ ਦੇ ਨਾਲ ਨਹੀਂ ਸੀ ਅਵੇਲੇਬਲ। ਪਰ ਕੋਵਿਡ ਦੇ ਵਿੱਚ ਇਹ ਹੈ ਜੀ ਕਿ ਆਪਰਚੁਨਿਟੀ ਇਹ ਬਣੀ ਸੀਗੀ ਤੇ ਇਹ ਹੁਣ ਜਿਹੜੇ ਲੋਕ ਇੱਥੇ ਆ ਕੇ ਵੀ ਆਪਣਾ ਵਰਕ ਪਰਮਿਟ ਲੈਣਾ ਚਾਹੁਣ ਜਾਣੀ ਕਿ ਉਹਨਾਂ ਦੇ ਲਈ ਆਪਰਚੁਨਿਟੀ ਹੈ ਜਿਹੜੀ ਕਿ ਇਹ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ। ਸੋ ਕੁੱਲ ਮਿਲਾ ਕੇ ਜਾਣੀ ਇਹ ਫਰਵਰੀ 2012 ਤੱਕ ਸੀਗਾ ਜਿਹੜੇ ਵਿਜ਼ਟਰਸ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਸੀਗੇ। ਹੁਣ ਸਮੇਂ ਦੀ ਇਹ ਡੈਡਲਾਈਨ ਜਿਹੜੀ ਵਧਾ ਕੇ ਆ ਉਹ ਫਰਵਰੀ ਦੇ ਐਂਡ ਤੱਕ ਕਰ ਦਿੱਤੀ ਗਈ ਆ ਅਗਲੇ ਸਾਲ ਤੱਕ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਇੱਥੇ ਵਿਜ਼ਟਰ ਹੋਣਗੇ ਉਹ ਵੀ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਣਗੇ। ਉਹਦੇ ਲਈ ਪਰ ਜਿਹੜੀ ਹੈ ਜੀ LMIA ਉਹ ਚਾਹੀਦੀ ਹੋਊਗੀ ਕਿਉਂਕਿ ਵਰਕਰ ਦੇ ਲਈ ਇਹ ਵਰਕ ਪਰਮਿਟ ਜਿਹੜਾ ਜੀ ਕਿ ਇੰਪਲੋਇਰ ਸਪੈਸੀਫਿਕ ਹੋਏਗਾ। ਪਰ ਇਹਦੇ ਵਿੱਚ ਹੁਣ ਦੇਖੋ ਵੀ LMIA ਦਾ ਜਦੋਂ ਨਾਂ ਆ ਜਾਂਦਾ ਸ਼ਮੀਲ ਜੀ ਕਈ ਵਾਰੀ ਲੋਕਾਂ ਦੇ ਮਨਾਂ ਦੇ ਵਿੱਚ ਫੇਰ ਥੋੜਾ ਜਿਹਾ ਡਰ ਧੁੜਕੂ ਵੀ ਹੁੰਦਾ ਇਹ ਖਰਚੇ ਵਾਲਾ ਕੰਮ ਹੈ। ਪਰ ਸਰਕਾਰ ਨੇ ਤੇ LMIA ਜਿਹੜੀ ਮੁਫਤ ਰੱਖੀ ਹੋਈ ਹੈ ਵਰਕਰ ਦੇ ਵਾਸਤੇ। ਤੋਂ ਤਦ ਕਰਕੇ ਜੀ LMIA ਆਪਣੇ ਆਪ ਦੇ ਵਿੱਚ ਅਪਰਾਧ ਨਹੀਂ ਹੈਗਾ, ਇਹਨੂੰ ਅਪਰਾਧ ਵੇਚਣਾ ਤੇ ਖਰੀਦਣਾ ਹੀ ਹੈ। ਵੇਚਣਾ ਖਾਸ ਤੌਰ ਤੇ ਇਹਨੂੰ ਅਪਰਾਧ ਹੈ ਜੀ। ਸੋ ਖਰੀਦਣਾ ਤੇ ਹੈ ਹੀ ਹੈ ਪਰ ਵੇਚਣਾ ਸਭ ਤੋਂ ਪਹਿਲਾਂ ਇਹ ਅਪਰਾਧ ਹੈ ਕਿਉਂਕਿ LMIA ਜਿਹੜੀ ਪ੍ਰਾਪਰਟੀ ਹੈ ਉਹ ਗਵਰਨਮੈਂਟ ਆਫ ਕੈਨੇਡਾ ਦੀ ਹੈ ਤੇ ਉਹਦੇ ਵਾਸਤੇ ਜੋ ਵੀ ਖਰਚਾ $1000 ਫੀਸ ਹੈ। ਸੋ ਇਹ LMIA ਜਿਹੜਾ ਨਾਂ ਆਪਣੇ ਆਪ ਦੇ ਵਿੱਚ ਇਹ ਸੁਣ ਕੇ ਘਬਰਾਉਣ ਦੀ ਲੋੜ ਨਹੀਂ, ਅਪਰਾਧ ਨਹੀਂ ਹੈਗਾ LMIA ਇਸ਼ੂ ਕਰਨਾ ਤੇ ਅਪਰਾਧ ਨਹੀਂਗਾ LMIA ਲੈਣਾ, ਅਪਰਾਧ ਆ LMIA ਵੇਚਣਾ। ਕਿਉਂਕਿ ਵੀ LMIA ਸਰਕਾਰ ਦੀ ਵਿਵਸਥਾ ਦੇ ਮੁਤਾਬਕ ਸ਼ਮੀਲ ਚ ਬਿਲਕੁਲ ਇਹ ਫ੍ਰੀ ਮੁਫਤ ਜਿਹੜੀ ਉਹ ਵਰਕਰ ਨੂੰ ਮਿਲਣੀ ਚਾਹੀਦੀ, ਉਹਦਾ ਇੱਕ ਆਨਾ ਵੀ ਖਰਚਾ ਨਹੀਂ ਆਉਣਾ ਚਾਹੀਦਾ। ਸੋ ਜਿਹੜੀ ਫੀ ਇਹਦੀ $1000 ਸਰਕਾਰ ਨੇ ਰੱਖੀ ਹੈ ਉਹ ਇੰਪਲੋਇਰ ਨੇ ਦੇਣੀ ਹੁੰਦੀ ਹੈ ਤੇ LMIA ਆਲ ਟਾਈਮ ਇਹ ਜਿਹੜੀ ਪ੍ਰਾਪਰਟੀ ਆਫ ਕੈਨੇਡਾ ਗਵਰਨਮੈਂਟ ਦੀ ਰਹਿੰਦੀ ਹੈ ਨਾ ਕਿ ਇਹ ਇੰਪਲੋਇਰ ਦੀ ਪ੍ਰਾਪਰਟੀ ਹੁੰਦੀ ਹੈ। ਸੋ ਵੇਚਦੇ ਆਪਾਂ ਉਹ ਚੀਜ਼ਾਂ ਜੋ ਆਪਣੀ ਹੋਵੇ। ਸੋ ਤਦ ਕਰਕੇ LMIA ਕਾਨੂੰਨ ਦੇ ਵਿੱਚ ਵੇਚਣਾ ਅਪਰਾਧ ਹੈ ਤੇ ਇਹ LMIA ਇਸ਼ੂ ਕਰਨਾ ਆਪਣੇ ਆਪ ਦੇ ਵਿੱਚ ਅਪਰਾਧ ਨਹੀਂ ਹੈ। ਸੋ ਇਹ ਵਿਜ਼ਟਰਸ ਦੇ ਲਈ ਜਿਹਨਾਂ ਨੇ ਵਰਕ ਪਰਮਿਟ ਲੈਣਾ ਹੋਵੇ ਉਹਨਾਂ ਨੂੰ LMIA ਦੀ ਲੋੜ ਹੋਏਗੀ ਤੇ LMIA ਉਹਨਾਂ ਨੂੰ ਮਿਲ ਸਕਦੀ ਹੈ ਕਿ ਜੇ ਆਪਾਂ ਕਹਿੰਦੇ ਕਿ ਖਰੀਦਣ ਵਾਲੀਆਂ ਇਹਨੂੰ ਅਪਰਾਧ ਕਰ ਰਹੇ ਨੇ
ਤੇ ਵੇਚਣ ਵਾਲੇ ਸਭ ਤੋਂ ਪਹਿਲਾਂ ਜੀ ਕੋਈ ਕਾਨੂੰਨੀ ਸ਼ਿਕੰਜੇ ਦੇ ਵਿੱਚ ਆ ਸਕਦੇ ਆ। ਸੋ ਜੇ ਕਿਸੇ ਕੋਲ ਕੋਈ LMIA ਦਾ ਇਮੀਗ੍ਰੇਸ਼ਨ ਕੰਸਲਟੈਂਟ ਵੇਚਣ ਦੇ ਰੂਪ ਦੇ ਵਿੱਚ, ਧੰਦੇ ਦੇ ਰੂਪ ਦੇ ਵਿੱਚ ਉਹ ਕੋਈ ਚੋਗਾ ਇਸ ਤਰ੍ਹਾਂ ਦੀ ਉਹਨੂੰ ਗੱਲ ਕਰਨ ਤੇ ਉਹਦੀ ਰਿਪੋਰਟ ਕੀਤੀ ਜਾ ਸਕਦੀ ਹੈ ਤਾਂ ਕਿ ਸਰਕਾਰ ਉਸ ਤੇ ਕੰਮ ਕਰ ਸਕੇ। ਪਰ ਜੇ ਤੁਸੀਂ ਰਿਪੋਰਟ ਨਹੀਂ ਕਰਦੇ ਤੇ ਉਹਦੇ ਧੰਦੇ ਮੁਲਕ ਦੇ ਵਿੱਚ ਵੱਧਦੇ ਰਹਿੰਦੇ ਆ। ਸੋ ਵਿਰੋਧ LMIA ਦਾ ਨਹੀਂ, ਵਿਰੋਧ ਇਸ ਦੀ ਜਿਹੜੀ ਚੋਰ ਬਜ਼ਾਰੀ ਜਾਂ ਕਹੋ ਕਿਸੇ ਵੀ ਹੋ ਸਕਦੀ। ਤੁਹਾਡੀ ਗੱਲ ਨੂੰ ਦੂਜੇ ਸ਼ਬਦਾਂ ਕਿਉਂ ਵੀ ਕਿਹਾ ਜਾ ਸਕਦਾ ਹੈ ਕੋਈ ਮਤਲਬ ਸਿਰਫ ਇਹ ਕਿ ਜਿਹੜੇ ਇੰਪਲੋਇਰ ਨੂੰ ਐਕਚੁਅਲੀ ਸੁਵਿਧਾ ਹੈ ਕਿ ਜੇ ਉਹਨਾਂ ਨੂੰ ਕੈਨੇਡਾ 'ਚ ਵਰਕਰ ਨਹੀਂ ਮਿਲਦੇ ਤਾਂ ਉਹ ਫੋਰਨ ਵਰਕਰ ਹਾਇਰ ਕਰ ਲੈਣ। ਬਿਲਕੁਲ। ਔਰ ਬਹੁਤ ਵਾਰ ਜਿਹੜੇ ਬਹੁਤ ਸਾਰੇ ਇੰਪਲੋਇਰ ਇਸ ਤੋਂ ਪੈਸੇ ਵਟਣ ਦਾ ਕੰਮ ਕਰਦੇ ਤੇ ਕਰਦੀਆਂ ਸੁਨੀਲ ਜੀ, ਉਹਨਾਂ ਨੇ ਇਹ ਗੱਲ ਬਣਾਈ ਹੋਈ ਆ ਵੀ ਇੰਪਲੋਇਰ ਅਸੀਂ ਮਤਲਬ LMIA ਜੇ ਮਤਲਬ ਵੇਚ ਨਹੀਂ ਸਕਦੇ ਤੇ ਉਹਨਾਂ ਦੀ ਮੂੰਹ ਤੋਂ ਕਈ ਵਾਰੀ ਸੱਚ ਨਿਕਲ ਜਾਂਦਾ ਹੁੰਦਾ ਵੀ ਜੇ ਅਸੀਂ ਵਰਕਰ ਬਾਹਰੋਂ ਕੱਢ ਹੀ ਲਾਉਣਾ ਫਿਰ ਅਸੀਂ ਇੱਥੇ ਵਰਕਰ ਲੈ ਲਾਂਗੇ। ਤੇ ਪਰ ਇਹ ਤੇ ਗੱਲ ਹੈ ਵੀ ਜੇ ਤੁਹਾਨੂੰ ਇੱਥੇ ਵਰਕਰ ਮਿਲਦਾ ਤੇ ਤੁਹਾਨੂੰ LMIA ਮਤਲਬ ਫੋਰਨ ਵਰਕਰ ਦੀ ਤਾਂ ਫਿਰ ਲੋੜ ਵੀ ਹੈ ਨਹੀਂ ਗੀ। ਸੋ ਇਸ ਕਰਕੇ ਬਹੁਤ ਸਾਰੇ ਇੰਪਲੋਇਰ ਜਿਹੜੇ ਇਗਨੋਰੈਂਸ ਦੇ ਵਿੱਚ ਜਾਣੀ ਇਹ ਤਮਾਸ਼ਾ ਜਿਹਾ ਕਰੀ ਜਾ ਰਹੇ ਤੇ ਕਰੀ ਜਾ ਰਹੀਆਂ ਆ ਵੀ ਇਹ ਦੁਕਾਨਦਾਰੀ ਪਿਛਲੇ ਲੰਬੇ ਸਮੇਂ ਤੋਂ ਘੁੰਮ ਤੇ ਸਿਉਂਕ ਬਣ ਕੇ ਕੈਨੇਡਾ ਨੂੰ ਨਾਲੇ ਖਾਧਾ ਜਾ ਰਿਹਾ, ਨਾਲੇ ਲੋਕਾਂ ਨੂੰ ਲੋੜਵੰਦ ਭੈਣ ਭਰਾਵਾਂ ਨੂੰ ਲੁੱਟਿਆ ਜਾ ਰਿਹਾ ਤੇ ਨਾਲ ਜਾਣੀ ਕਿ ਆਪਣੇ ਵੱਲੋਂ ਤਮਾਸ਼ਾ ਇਹ ਕੀਤਾ ਜਾਂਦਾ ਵੀ ਅਸੀਂ ਤੇ ਸੇਵਾ ਕਰ ਰਹੇ ਹਾਂ ਜੀ, ਅਸੀਂ ਤੇ ਮਦਦ ਕਰ ਰਹੇ ਹਾਂ ਜੀ। ਮਦਦ ਕਾਹਦੀ ਹੈ? ਮਦਦ ਤੇ ਤਾਂ ਹੈ ਨਾ ਜੀ ਵੀ ਜੇ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਤੁਸੀਂ ਮੁਫਤ LMIA ਲੋੜਵੰਦ ਵਰਕਰ ਨੂੰ ਦਿਓ ਹਨਾ ਭੈਣ ਭਰਾ ਨੂੰ, ਪਰ ਜੇ ਤੁਸੀਂ ਉਹਦਾ $50,000 ਵੱਟਦੇ ਹੋ, ਤੁਸੀਂ ਉਹਦਾ $1,00,000 ਵੱਟਦੇ ਹੋ, ਇਹ ਕਿਹੜੀ ਮਦਦ ਹੈ ਵੀ? ਇਹ ਤਾਂ ਚੋਰ ਬਜ਼ਾਰੀ ਹੈ ਤੇ ਕਰੋ ਕਿ ਇਹ ਵਪਾਰ ਹੈ। ਮੈਂ ਕਹਾਂਗਾ ਮੁਸਲਿਮ ਵਾਲੀ ਕੀ ਗੱਲ ਹੈ, ਸੋਚੋ ਤੇ ਨਿਕਲਣਾ ਚਾਹੀਦਾ ਜੇ ਤੁਹਾਨੂੰ ਵਾਕਈ ਹੀ ਵਰਕਰ ਦੀ ਲੋੜ ਹੈ ਤੁਸੀਂ ਹਾਇਰ ਕਰੋ। ਮਤਲਬ ਵਰਕਰ ਹੁਣ ਇਹ ਜਿਹੜਾ ਜੌਬ ਬਕਾਇਦਾ ਤੌਰ ਤੇ ਕਹ ਲਓ ਕਿ ਪਬਲਿਸ਼ ਕਰਨ ਦਾ ਰੂਲ ਹੈ ਗਵਰਨਮੈਂਟ ਦਾ LMIA ਇਸ਼ੂ ਕਰਨ ਦੇ ਲਈ ਸ਼ਮੀਲ ਜੀ, ਉਹਨੂੰ ਕਈ ਵਾਰੀ ਤਮਾਸ਼ਾ ਬਣਾਇਆ ਜਾਂਦਾ। ਇੱਥੋਂ ਵਰਕਰ ਦੀ ਅਪਲਾਈ ਵੀ ਕਰੇ ਤੇ ਜਾਣ ਪੁੱਛ ਕੇ ਉਹਦਾ ਪ੍ਰੋਫਾਈਲ ਜਿਹੜਾ ਜੀ ਕਿ ਉਹ ਗਾਰਬੇਜ ਦੇ ਵਿੱਚ ਸੁੱਟਿਆ ਜਾਂਦਾ ਤੇ ਇਦਾਂ ਵਿੰਗ ਤੇ ਵਿੰਗ ਪਾ ਕੇ ਜਾਣੀ ਕਿ ਵੀ ਆਪਣੀ LMIA ਅਪਰੂਵ ਕਰਾਉਣੀ ਹੁੰਦੀ ਵੀ ਕੈਨੇਡਾ ਤੋਂ ਤੇ ਸਾਨੂੰ ਮਿਲਿਆ ਹੀ ਨਹੀਂ ਜੀ ਕੋਈ ਵਰਕਰ, ਆ ਦੇਖੋ ਸਾਡੇ ਕੋਲ ਤਾਂ ਹੁਣ ਇੱਥੋਂ ਵਰਕਰ ਲੱਭਦੇ ਹੀ ਨਹੀਂ ਹੈ। ਸੋ ਇਹ ਜਿਹੜਾ ਬਹੁਤ ਵਾਰ ਸਟੇਕ ਹੋਲਡਰਸ ਵੀ ਇਦਾਂ ਦੀਆਂ ਫੇਕ ਨਾ ਕਹ ਲਓ ਕਿ ਨੁਕਸਦਾਰੀ ਰਿਪੋਰਟਸ ਬਣਾ ਕੇ ਗਵਰਨਮੈਂਟ ਨੂੰ ਦਿੰਦੇ ਆ ਤੇ ਇੱਥੋਂ ਵਰਕਰ ਜਿਹੜੇ ਲੱਭ ਨਹੀਂ ਰਹੇ ਜੀ, ਸਾਨੂੰ ਤਾਂ ਬਹੁਤ ਜ਼ਿਆਦਾ ਲੋੜ ਆ ਵਿਦੇਸ਼ਾਂ ਤੋਂ ਵਰਕਰ ਲਿਆਉਣ ਦੀ। ਸੋ ਸਰਕਾਰ ਵੀ ਕਈ ਵਾਰੀ ਦਫ਼ਤਰਾਂ ਦੇ ਵਿੱਚ ਬੈਠੇ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਗਰਾਊਂਡ ਰਿਐਲਿਟੀਜ਼ ਕੀ ਹੋ ਗਈ ਚੱਲ ਰਹੀਆਂ, ਜਿਸ ਕਰਕੇ ਸਾਨੂੰ 4 ਸਾਲ ਤੱਕ ਲੱਗੇ ਸੀ ਕਿ ਇਸ ਲਾਅ ਦੇ ਨਾਲ ਸਟਰਗਲ ਕਰਨ ਦੇ ਲਈ। ਤੇ ਸਰਕਾਰ ਨੇ ਇਹਨਾਂ ਢਿੱਲਾ ਕਾਨੂੰਨ ਰੱਖਿਆ ਹੋਇਆ ਜਿਹਨੂੰ ਕਿ ਤੋੜ ਮਰੋੜ ਕੇ ਇੱਥੇ ਜਿਹੜੇ ਇੰਪਲੋਇਰਸ ਆ ਉਹ ਲੋੜਵੰਦ ਭੈਣ ਭਰਾਵਾਂ ਨੂੰ ਲੁੱਟ ਸਕਦੇ ਆ ਤੇ ਇਸ ਲੁੱਟਮਾਰ ਦੇ ਵਿੱਚ ਕੈਨੇਡਾ ਦਾ ਕਿੰਨਾ ਵੱਡਾ ਰੈਪੂਟੇਸ਼ਨ ਇੰਟਰਨੈਸ਼ਨਲ ਲੈਵਲ ਤੇ ਡੈਮੇਜ ਹੋ ਰਿਹਾ। ਸੋ ਉਹਦੇ ਨਾਲ ਸਰਕਾਰ ਨੂੰ ਸਮਝਾਉਣ ਦੇ ਵਿੱਚ ਕਾਫੀ ਮੁਸ਼ਕਲਾਂ ਆਈਆਂ। ਪਰ ਹੁਣ ਰੀਸੈਂਟ ਸਾਡੇ ਕੋਲ ਰਿਪੋਰਟ ਆਉਂਦੀ ਇਹ ਆਈ ਹੈ ਜੀ ਜਿਹੜਾ ਇਹ LMIA ਦਾ ਲਾਅ ਆ ਇਹਦੇ ਵਿੱਚ ਜਿਹੜੀਆਂ 14 ਚੇਂਜਸ ਆਈਆਂ ਆਪਣੀ 4 ਸਾਲ ਦੀ ਸਟਰਗਲ ਤੋਂ ਬਾਅਦ ਉਹਨੂੰ ਕੈਨੇਡਾ ਗਜ਼ਟ ਨੰਬਰ 1 ਦੇ ਵਿੱਚ ਆਲਰੇਡੀ ਪਬਲਿਸ਼ ਕੀਤਾ ਜਾ ਚੁੱਕਾ ਤੇ ਉਹਨੂੰ ਗਜ਼ਟ ਦੇ ਵਿੱਚ ਫਾਈਨਲ ਉਹਦੀ ਜਿਹੜੀ ਪ੍ਰਕਾਸ਼ਨਾ ਪਬਲੀਕੇਸ਼ਨ ਹੈ ਸ਼ਮੀਲ ਜੀ ਉਹ ਇਸ ਸਮਰ ਤੱਕ ਹੋ ਜਾਣੀ ਹੈ ਤੇ ਇਹ ਲਾਅ ਜਿਹੜਾ ਨਵਾਂ ਲਾਗੂ ਹੋ ਜਾਏਗਾ। ਉਸ ਤੋਂ ਬਾਅਦ ਇਹਦੇ ਵਿੱਚ ਹੋਰ ਵੀ ਸੁਧਾਰ ਹੋਏਗਾ। ਪਰ ਕਾਨੂੰਨਾਂ ਨੇ ਕਦੀ ਕਿਸੇ ਨੂੰ ਜਿਹੜਾ ਜੀ ਉਹ ਸਿੱਧੇ ਪਾਸੇ ਤੋਰਨ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਏਡੀ ਸਫਲਤਾ ਨਹੀਂ ਮਿਲਦੀ ਜਿੰਨਾ ਚਿਰ ਕੇ ਲੋਕਾਂ ਦਾ ਜਿਹੜਾ ਖਾਸ ਤੌਰ ਤੇ ਇਹ ਚੋਰ ਬਜ਼ਾਰੀ ਕਰ ਰਹੇ ਲੋਕਾਂ ਦਾ ਦਿਮਾਗ ਆਪਣਾ ਖਰਾਬ ਹੈ ਜਿਹੜਾ ਉਹ ਠੀਕ ਨਹੀਂ ਹੁੰਦਾ। ਉਹਨਾਂ ਚਿਰ ਕਈ ਵਾਰੀ 100% ਸੁਧਾਰ ਕਰਨੇ ਔਖੇ ਹੋ ਜਾਂਦੇ ਆ। ਪਰ ਕਾਫੀ ਵੱਡੀ ਸਟਰਗਲ ਤੋਂ ਬਾਅਦ ਕਾਨੂੰਨ ਜਿਹੜਾ ਚੇਂਜ ਹੋ ਗਿਆ ਜੀ। ਬਹੁਤ ਬਹੁਤ ਸ਼ੁਕਰੀਆ ਜੀ ਜਲ ਸਾਹਿਬ ਇਸ ਨਾਲ ਅਪਡੇਟ ਲਈ ਤੇ ਕਮੈਂਟ ਲਈ।